ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਗੀਤਾ ਸਕਸੈਨਾ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸਹਿਕਾਰੀ ਬਰਾਮਦ ਤੇ ਗੋਸ਼ਟੀ ਦਾ ਉਦਘਾਟਨ। ਦੇਸ਼ ਵਿੱਚ 2027 ਤੋਂ ਪਹਿਲਾਂ 2 ਕਰੋੜ ਤੋਂ ਵੱਧ ਕਿਸਾਨਾਂ ਦੇ ਜੈਵਿਕ ਖੇਤੀ ਵਿੱਚ ਸ਼ਾਮਲ ਹੋਣ ਦਾ ਕੀਤਾ ਦਾਅਵਾ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਵੱਲੋਂ ਅਨੁਭਵ ਪੁਰਸਕਾਰ 2023 ਪ੍ਰਦਾਨ। ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੀ ਰਹਿੰਦ ਖੂੰਹਦ ਦੇ ਵਧੀਆ ਪ੍ਰਬੰਧਨ ਲਈ ਕਪੂਰਥਲਾ ਦੇ ਕਿਸਾਨਾਂ ਦਾ ਸਨਮਾਨ। ਦੇਸ਼ ਭਰ ਦੇ ਮੰਦਰਾਂ ਵਿੱਚ ਮਹਾਨੌਮੀ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਭਗਤਾਂ ਵੱਲੋਂ ਪੂਜਾ ਅਰਚਨਾ। ਸਾਬਕਾ ਭਾਰਤੀ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ। ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡੂੰਘਾ ਅਫਸੋਸ ਪ੍ਰਗਟ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿੱਚ 2027 ਤੋਂ ਪਹਿਲਾਂ 2 ਕਰੋੜ ਤੋਂ ਵੱਧ ਕਿਸਾਨ ਜੈਵਿਕ ਖੇਤੀ ਵਿੱਚ ਸ਼ਾਮਲ ਹੋ ਜਾਣਗੇ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਿਸਾਨ ਹੁਣ ਜੈਵਿਕ ਖੇਤੀ ਵੱਲ ਮੁੜ ਗਏ ਨੇ ਅਤੇ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਉਨ੍ਹਾਂ ਨੂੰ ਜੈਵਿਕ ਉਤਪਾਦਾਂ ਦਾ ਲਾਭ ਮਿਲ ਸਕੇ। ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਨੈਸ਼ਨਲ ਕੋਆਪਰੇਟਿਵ ਫਾਰ ਐਕਸਪੋਰਟ ਲਿਮਟਿਡ NCEL ਦੇ ਲੋਗੋ, ਵੈਬਸਾਈਟ ਅਤੇ ਕਿਤਾਬਚੇ ਨੂੰ ਜਾਰੀ ਕਰਦਿਆਂ ਇਹ ਗੱਲ ਆਖੀ। ਆਪਣੇ ਸੰਬੋਧਨ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੀ ਸਹਿਕਾਰ ਸੇ ਸਮਰਿੱਧੀ ਦੀ ਕਲਪਨਾ ਕੀਤੀ ਸੀ, ਉਸ ਦੇ ਟੀਚੇ ਦਾ ਇੱਕ ਮਹੱਤਵਪੂਰਨ ਪੜਾਅ ਅੱਜ ਅਸੀਂ ਪਾਰ ਕਰਕੇ ਅੱਗੇ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਦਾ ਖੇਤੀਬਾੜੀ ਬਰਾਮਦ ਨੂੰ ਵਧਾਉਣ ਦਾ ਪਹਿਲਾ ਵੱਡਾ ਟੀਚਾ ਹੈ। ਦੂਜਾ ਟੀਚਾ ਕਿਸਾਨਾਂ ਦੀ ਖੁਸ਼ਹਾਲੀ ਵਿੱਚ ਵਾਧਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਤੀ ਉਤਪਾਦਨ ਵਿੱਚ ਵਿਭਿੰਨਤਾ ਲਿਆਉਣ ਯਾਨੀ ਕ੍ਰੌਪ ਪੈਟਰਨ ਵਿੱਚ ਬਦਲਾਅ ਕਰਨ ਦਾ ਵੀ ਟੀਚਾ ਮਿਥਿਆ ਗਿਆ ਹੈ। राष्ट्रीय सहकारी निर्यात लिमिटेड की स्थापना ये ढेर सारे उद्देश्यों के साथ बहुत सोच विचार कर की गई। निर्यात बढ़ाने का भी हमारा लक्ष्य है और निर्यात में विशेषकर कृषि निर्यात बढ़ाने का हमारा लक्ष्य है। ਗੋਸ਼ਟੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ NCEL ਸਹਿਕਾਰਤਾ ਖੇਤਰ ਨੂੰ ਬਲ ਦੇਵੇਗਾ। ਉਨ੍ਹਾਂ ਕਿਹਾ ਕਿ ਹੱਥ-ਖੱਡੀ ਖੇਤੀਬਾੜੀ ਅਤੇ ਸਹਿਕਾਰਤਾ ਨਾਲ ਜੁੜੇ ਲੋਕ ਦੇਸ਼ ਦੇ ਅਰਥਚਾਰੇ ਨੂੰ ਅੱਗੇ ਲੈ ਕੇ ਜਾ ਰਹੇ ਨੇ। ਪਿਊਸ਼ ਗੋਇਲ ਨੇ ਕਿਹਾ ਕਿ ਖੁਰਾਕੀ ਵਸਤਾਂ ਦੀ ਬਰਾਮਦ ਦੇ ਖੇਤਰ ਵਿੱਚ ਅਪਾਰ ਸੰਭਾਵਨਾਵਾਂ ਨੇ। सहकारिता से हम इस देश को एक विकसित देश बनाने में और आगे बढ़ पाएंगे। अच्छी गुणवत्ता वाला सामान बनेगा। हमारे सहकारिता क्षेत्र में अच्छे मानक हम सब अपनाएंगे और वैल्यू एडिशन, जिससे किसानों के जो उत्पादन होता है या जो दूध का उत्पादन होता है, अलग अलग क्षेत्र में जो उत्पादन भारत में हो रहा है, जिसका अच्छा मूल्य मिले, लोगों को यहां रोजगार और काम के अवसर मिले और बड़े स्वरूप में हम विश्व पटल पर भारत का नाम बढ़ाएं। ਵਿਦੇਸ਼ ਮੰਤਰੀ S ਜयशंकर ਨੇ ਕਿਹਾ ਕਿ ਭਾਰਤ ਦੀ ਪ੍ਰਧਾਨਗੀ ਹੇਠ G20 ਦਾ ਆਯੋਜਨ ਮਜ਼ਬੂਤ ਹਾਲਾਤ ਅਤੇ ਡੂੰਘੇ ਪਾੜੇ ਨੂੰ ਪੂਰਾ ਕਰਨ ਦੇ ਯੋਗ ਸੀ ਅਤੇ ਜ਼ਿਆਦਾਤਰ ਲੋਕਾਂ ਦੀ ਉਮੀਦ ਨਾਲੋਂ ਕਿਤੇ ਬਿਹਤਰ ਸਾਬਤ ਹੋਇਆ ਹੈ। ਅੱਜ ਨਵੀਂ ਦਿੱਲੀ ਵਿੱਚ G20 ਦੇ ਰੁੱਖ ਲਗਾਉਣ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਟਿਕਾਊ ਵਿਕਾਸ ਟੀਚਿਆਂ ਲਈ ਕਾਰਜ ਯੋਜਨਾ, ਗ੍ਰੀਨ ਵਿਕਾਸ ਸਮਝੌਤਾ, ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦਾ ਸੰਦੇਸ਼, ਡਿਜੀਟਲ ਜਨਤਕ ਬੁਨਿਆਦੀ ਢਾਂਚੇ ਲਈ ਸਮਰਥਨ ਅਤੇ ਲਾਈਫ ਮਿਸ਼ਨ ਬੀਤੇ ਮਹੀਨੇ ਨਵੀਂ ਦਿੱਲੀ ਵਿੱਚ ਸਮਾਪਤ ਹੋਏ G20 ਸਿਖਰ ਸੰਮੇਲਨ ਦੇ ਮੁੱਖ ਕਦਮ ਸਨ। S ਜयशंकर ਨੇ ਕਿਹਾ ਕਿ ਇਸ ਸਿਖਰ ਸੰਮੇਲਨ ਦੇ ਅੰਤ ਵਿੱਚ ਸਥਿਰਤਾ ਅਤੇ ਗਲੋਬਲ ਦੱਖਣ ਦਾ ਇੱਕ ਬਹੁਤ ਮਜ਼ਬੂਤ ਚਿੱਤਰ ਸਾਹਮਣੇ ਆਇਆ ਹੈ ਅਤੇ ਇਸ ਸੰਮੇਲਨ ਨੇ ਸਭ ਤੋਂ ਮਹੱਤਵਪੂਰਨ ਮੁੱਦਿਆਂ ਤੇ ਬਹੁਤ ਸਾਰਥਕ ਢੰਗ ਨਾਲ ਵਿਚਾਰ ਵਟਾਂਦਰੇ ਕੀਤੇ ਨੇ। ਜ਼ਿਕਰਯੋਗ ਹੈ ਕਿ ਭਾਰਤ ਨੇ ਬਾਲੀ ਸਿਖਰ ਸੰਮੇਲਨ ਤੋਂ ਬਾਅਦ ਪਿਛਲੇ ਸਾਲ ਦਸੰਬਰ ਵਿੱਚ G20 ਦੀ ਪ੍ਰਧਾਨਗੀ ਸੰਭਾਲੀ ਸੀ ਅਤੇ ਇਸ ਸਾਲ ਨਵੰਬਰ ਦੇ ਆਖਿਰ ਤੱਕ ਇਸ ਅਹੁਦੇ ਨੂੰ ਸੰਭਾਲੇਗਾ। The G20 was very much the subject of conversation. A lot of people were still a little surprised that the G20 could bridge what were strong positions and deep divides. Many other countries also took particular satisfaction at the permanent membership of the African Union in the G20.
ਕੇਂਦਰੀ ਕਰਮਚਾਰੀ ਲੋਕ ਸ਼ਿਕਾਇਤਾਂ ਤੇ ਪੈਨਸ਼ਨਾਂ ਬਾਰੇ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਕਈ ਅਜਿਹੇ ਕਦਮ ਚੁੱਕੇ ਨੇ ਜਿਸ ਨਾਲ ਪੈਨਸ਼ਨ ਧਾਰਕਾਂ ਨੂੰ ਮਦਦ ਮਿਲ ਸਕੇਗੀ। ਰਾਜਧਾਨੀ ਦਿੱਲੀ ਵਿੱਚ ਆਯੋਜਿਤ ਅਨੁਭਵ ਇਨਾਮ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਜਿਤੇਂਦਰ ਸਿੰਘ ਨੇ ਸੇਵਾ ਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ਤੇ ਆਪਣੇ ਤਜਰਬੇ ਸਾਂਝੇ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਪੈਨਸ਼ਨਲ ਪੋਰਟਲ PNB ਅਤੇ ਬੈਂਕ ਆਫ ਬੜੌਦਾ ਪੈਨਸ਼ਨਲ ਪੋਰਟਲ ਅਤੇ ਡਿਜੀਟਲ ਲਾਈਫ ਸਰਟੀਫਿਕੇਟ ਪੋਰਟਲ ਲਾਂਚ ਕੀਤੇ। ਇਸ ਮੌਕੇ ਸਰਬ ਭਾਰਤੀ ਪੈਨਸ਼ਨ ਅਦਾਲਤ ਦਾ ਵੀ ਆਯੋਜਨ ਕੀਤਾ ਗਿਆ ਤੇ ਪੈਨਸ਼ਨ ਧਾਰਕਾਂ ਨੂੰ ਅਨੁਭਵ ਪੁਰਸਕਾਰ ਪ੍ਰਦਾਨ ਵੀ ਕੀਤੇ ਗਏ। लाइफ एक्सपेक्टेंसी धीरे धीरे हिंदुस्तान में बढ़ती जा रही है और 75 या 80 साल की उम्र के बाद शायद बायोमेट्रिक भी पूरी तरह से विश्वसनीय ना रहे, तो मुझे लगता है कि हमारा पहला विभाग था ऐसा सरकार में जिसने जो आधुनिक फेस रिकग्निशन टेक्नोलॉजी प्रारंभ की कि अपना चेहरा मोबाइल के कैमरे में देख करके उसको आधार के साथ वेरीफाई करके 60 सेकंड के भीतर एक पेंशन याफ्ता व्यक्ति अपना सर्टिफिकेट बैंक तक उपलब्ध करवा सकता है। इसके अतिरिक्त भविष्य पोर्टल प्रारंभ किया गया। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਰਹਿੰਦ ਖੂੰਹਦ ਦੀ ਸਾਂਭ ਸੰਭਾਲ ਲਈ ਕਈ ਤਰ੍ਹਾਂ ਦੀਆਂ ਮਸ਼ੀਨਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਨੇ। ਜਿਹੜੇ ਕਿਸਾਨ ਪਰਾਲੀ ਦੀ ਰਹਿੰਦ ਖੂੰਹਦ ਨੂੰ ਸਾੜਨ ਦੀ ਬਜਾਏ ਉਹਨਾਂ ਦੀ ਸਾਂਭ ਸੰਭਾਲ ਕਰਦੇ ਨੇ ਉਹਨਾਂ ਨੂੰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ ਅਤੇ ਜਿਹੜੇ ਜਾਗਰੂਕਤਾ ਦੇ ਬਾਵਜੂਦ ਵੀ ਪਰਾਲੀ ਨੂੰ ਸਾੜਦੇ ਨੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਕਰਨਲ ਸਿੰਘ ਵੱਲੋਂ ਇੱਕ ਵੱਖਰਾ ਉਪਰਾਲਾ ਕਰਕੇ ਉਹਨਾਂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਉਪਲਬਧ ਮਸ਼ੀਨਾਂ ਦੀ ਵਰਤੋਂ ਕਰਕੇ ਆਪਣੀ ਪਰਾਲੀ ਦੀ ਸੰਭਾਲ ਕਰਨ ਸਮੇਤ ਹੋਰਨਾਂ ਕਿਸਾਨਾਂ ਨੂੰ ਵੀ ਇਹ ਮਸ਼ੀਨਰੀ ਉਪਲਬਧ ਕਰਵਾ ਕੇ ਸਹਾਇਤਾ ਕਰਦੇ ਨੇ। ਅੱਜ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਅਜਿਹੇ 11 ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਹਨਾਂ ਕਿਸਾਨਾਂ ਨੇ ਵਿਸ਼ੇਸ਼ ਤੌਰ ਤੇ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਲਈ ਪਹਿਲ ਦੇ ਆਧਾਰ ਤੇ ਆਪਣੀ ਮਸ਼ੀਨਰੀ ਉਪਲਬਧ ਕਰਾਈ ਸੀ। ਇਹਨਾਂ ਕਿਸਾਨਾਂ ਨੇ ਪਰਾਲੀ ਨਾ ਸਾੜਨ ਕਰਕੇ ਵਾਤਾਵਰਣ ਦੀ ਸੰਭਾਲ ਵਿੱਚ ਦਿੱਤੇ ਜਾਣ ਵਾਲੇ ਆਪਣੇ ਯੋਗਦਾਨ ਬਾਰੇ ਦੱਸਿਆ ਕਿ ਹੈ ਇਹ ਬੜਾ ਵਧੀਆ ਕੰਮ ਚੱਲ ਰਿਹਾ। ਹੋਰ ਵੀ ਲੋਕ ਜਿਹੜੇ ਆ ਬੜਾ ਇਸ ਕੰਮ ਦੇ ਵਿੱਚ ਸ਼ਾਮਲ ਹੋਏ। ਇਹਦੇ ਨਾਲ ਸਾਡਾ ਵਾਤਾਵਰਨ ਤੇ ਜਿਹੜਾ ਹੈਗਾ ਆ ਉਹ ਤਾਂ ਦੂਸ਼ਿਤ ਹੋਣ ਤੋਂ ਬਚਦਾ ਹੀ ਹੈ, ਪਲੱਸ ਸਾਡੀ ਇਨਕਮ ਦਾ ਸਰੋਤ ਵੀ ਹੈ। ਮੈਂ 3 ਸਾਲ ਤੋਂ ਪਰਾਲੀ ਦੀ ਇਦਾਂ ਹੀ ਸਾਂਭ ਸੰਭਾਲ ਕਰ ਰਿਹਾ ਵਿੱਚ ਹੀ ਵਾਹ ਕੇ, ਔਰ ਨਾ ਤਾਂ ਮੈਂ ਕਦੀ ਕਣਕ ਦੀ ਵਿੱਚ ਦਵਾਈ ਪਾਈ ਹੈ ਤੇ ਮੈਂ 10-15 ਕਿੱਲੇ ਮੇਰੇ ਹੈਗੇ ਨੇ ਆਪਣੇ 100 ਏਕੜ ਮੈਂ ਕਮ ਸੇ ਕਮ ਸੁਪਰ ਸੀਡਰ ਨਾਲ ਬਿਜਾਈ ਕੀਤੀ ਹੈ। ਅੱਗੇ ਤੋਂ ਵੀ ਇਦਾਂ ਹੀ ਜਾਰੀ ਰੱਖਾਂਗੇ। ਇਹਨਾਂ ਕਿਸਾਨਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਵਿਸ਼ੇਸ਼ ਸਨਮਾਨ ਸਰਟੀਫਿਕੇਟ ਦਿੱਤੇ ਗਏ ਅਤੇ ਵਾਤਾਵਰਣ ਦੇ ਰਾਖੇ ਵਜੋਂ ਨਵਾਜ਼ਿਆ ਗਿਆ। ਕਰਨਲ ਸਿੰਘ ਨੇ ਕਿਹਾ ਕਿ ਅਜਿਹੇ ਕਿਸਾਨਾਂ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾਣਗੇ। ਝੋਨੇ ਦੀ ਪਰਾਲੀ ਵਾਸਤੇ ਅਸੀਂ ਜੋ ਵਾਤਾਵਰਣ ਦੇ ਰਾਖੇ ਚੁਣੇ ਹਨ, ਇਹਨਾਂ ਦੀ ਖਾਸੀਅਤ ਇਹ ਹੈ ਕਿ ਇਹਨਾਂ ਵਾਤਾਵਰਣ ਦੇ ਰਾਖਿਆਂ ਨੇ ਜੋ ਮਸ਼ੀਨਾਂ ਸਰਕਾਰ ਵੱਲੋਂ ਸਬਸਿਡੀ ਤੇ ਪ੍ਰੋਵਾਈਡ ਕੀਤੀਆਂ ਗਈਆਂ ਸੀਆਂ ਉਹਨਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਹੈ। ਆਪ ਆਪਣੇ ਖੇਤਾਂ ਵਿੱਚ ਕੀਤੀ ਹੈ ਔਰ ਪਿੰਡ ਦੇ ਹੋਰ ਕਿਸਾਨਾਂ ਨੂੰ ਵੀ ਇਹਨਾਂ ਨੇ ਵੱਧ ਚੜ ਕੇ ਇਹਨਾਂ ਮਸ਼ੀਨਾਂ ਦੀ ਵਰਤੋਂ ਕਰਨ ਲਈ ਕਿਰਾਏ ਤੇ ਮਸ਼ੀਨਾਂ ਦਿੱਤੀਆਂ ਜਾਂ ਉਹਨਾਂ ਦਾ ਸਹਿਯੋਗ ਦਿੱਤਾ। ਇਹਨਾਂ ਮਸ਼ੀਨਾਂ ਦੀ ਵਰਤੋਂ ਲਗਾਤਾਰ ਹੋ ਰਹੀ ਹੈ, ਬਿਲਕੁਲ ਖੜੀਆਂ ਨਹੀਂ ਰਹਿ ਰਹੀਆਂ। ਇਹ ਕਿਸਾਨ ਵੱਧ ਚੜ ਕੇ ਇਹਨਾਂ ਮਸ਼ੀਨਾਂ ਦੀ ਵਰਤੋਂ ਕਰਦੇ ਰਹੇ, ਜਿਸ ਨਾਲ ਹੋਰ ਕਿਸਾਨਾਂ ਨੂੰ ਵੀ ਇੱਕ ਸੁਨੇਹਾ ਜਾ ਰਿਹਾ ਹੈ ਕਿ ਜੋ ਮਸ਼ੀਨਾਂ ਤੁਹਾਨੂੰ ਵਿਭਾਗ ਵੱਲੋਂ ਦਿੱਤੀਆਂ ਗਈਆਂ ਨੇ ਉਹਨਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਕਪੂਰਥਲਾ ਦੇ ਮੁੱਖ ਖੇਤੀਬਾੜੀ ਅਫਸਰ ਨਰੇਸ਼ ਗੁਲਾਟੀ ਨੇ ਦੱਸਿਆ ਕਿ ਇਹਨਾਂ ਸਨਮਾਨਿਤ ਕੀਤੇ ਗਏ ਕਿਸਾਨਾਂ ਦੀ ਚੋਣ ਜ਼ਿਲ੍ਹੇ ਦੇ ਸਮੂਹ ਬਲਾਕਾਂ ਵੱਲੋਂ ਸੁਝਾਏ ਗਏ ਨਾਮਾਂ ਦੇ ਆਧਾਰ ਤੇ ਕੀਤੀ ਗਈ ਸੀ ਅਤੇ ਆਤਮਾ ਸਕੀਮ ਅਧੀਨ ਇਹਨਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਦੁਸ਼ਹਿਰੇ ਮੌਕੇ ਸੂਬੇ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਅੱਧੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਬਾਰੇ ਮੰਤਰੀ ਅਮਨ ਅਰੋੜਾ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 24 ਅਕਤੂਬਰ ਨੂੰ ਸਾਰੇ ਸੇਵਾ ਕੇਂਦਰ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਕਾਰਜਸ਼ੀਲ ਰਹਿਣਗੇ ਅਤੇ ਆਮ ਦਿਨਾਂ ਵਾਂਗ ਸਾਰੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਯੋਜਨਾ ਦਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਗਰਭਵਤੀ ਮਹਿਲਾਵਾਂ ਨੂੰ ਚੰਗਾ ਲਾਭ ਮਿਲ ਰਿਹਾ ਹੈ। ਇਸ ਯੋਜਨਾ ਹੇਠ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਹਰ ਮਹੀਨੇ 9 ਤੇ 23 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਮਨਾਇਆ ਜਾਂਦਾ ਹੈ।
ਇਸ ਦੌਰਾਨ ਹਾਈ ਰਿਸਕ ਗਰਭਵਤੀ ਮਹਿਲਾਵਾਂ ਦੀ ਸਮੇਂ ਤੋਂ ਪਹਿਲਾਂ ਪਹਿਚਾਣ ਅਤੇ ਸਮਾਂ ਰਹਿੰਦਿਆਂ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ। ਸਿਵਲ ਸਰਜਨ ਡਾਕਟਰ ਨਵਿੰਦਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਬੀਤੇ ਸਾਲ 8,718 ਗਰਭਵਤੀ ਮਹਿਲਾਵਾਂ ਰਜਿਸਟਰ ਕੀਤੀਆਂ ਗਈਆਂ ਸਨ, ਜਦਕਿ ਇਸ ਸਾਲ ਹੁਣ ਤੱਕ 4,520 ਗਰਭਵਤੀ ਮਹਿਲਾਵਾਂ ਰਜਿਸਟਰ ਹੋਈਆਂ ਨੇ। ਇਹਨਾਂ ਵਿੱਚ ਤਕਰੀਬਨ 1,300 ਮਹਿਲਾਵਾਂ ਜਿਹੜੀਆਂ ਨੇ ਹਾਈ ਰਿਸਕ ਨੇ, ਜਿਨ੍ਹਾਂ ਨੂੰ ਵਿਭਾਗ ਵੱਲੋਂ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੰਸਥਾਗਤ ਜਣੇਪਾ ਕਰਾਉਣ ਤੇ ਜਨਨੀ ਸੁਰੱਖਿਆ ਹੇਠ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਨਵਜੰਮੇ ਲੜਕੇ ਦਾ 1 ਸਾਲ ਤੱਕ ਅਤੇ ਲੜਕੀਆਂ ਦਾ 5 ਸਾਲ ਤੱਕ ਮੁਫਤ ਇਲਾਜ ਕੀਤਾ ਜਾਂਦਾ ਹੈ। ਇਹ ਜੀ ਸਕੀਮ ਜਿਹੜੀ ਹੈਗੀ ਹੈ ਪ੍ਰੈਗਨੈਂਟ ਮਦਰ ਵਾਸਤੇ ਹੁੰਦੀ ਹੈ। ਇਹਦਾ ਨਾਮ ਹੈ ਜੀ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ। ਇਹਦੇ ਅੰਡਰ ਜਿਹੜੇ ਅਸੀਂ ਮਹੀਨੇ ਦੇ ਵਿੱਚ 2 ਤਰੀਕ ਜਿਹੜੀ 9 ਤਰੀਕ 2 ਤਰੀਕਾਂ ਸਾਡੀਆਂ ਹੁੰਦੀਆਂ, ਇੱਕ 9 ਤਰੀਕ ਤੇ ਇੱਕ 23 ਤਰੀਕ ਹਰ ਮਹੀਨੇ ਦੀ। ਇਹਦੇ ਵਿੱਚ ਅਸੀਂ ਜਿਹੜੀ ਹਰ ਪ੍ਰੈਗਨੈਂਟ ਮਦਰ ਹੈ ਉਹਨੂੰ ਚੈੱਕਅਪ ਵਾਸਤੇ ਆਸ਼ਾ ਵਰਕਰਾਂ ਸਾਡੇ ਕੋਲ ਲੈ ਕੇ ਆਉਂਦੀਆਂ ਹੈਗੀਆਂ। ਸਾਰੀਆਂ ਪ੍ਰੈਗਨੈਂਟ ਮਦਰ ਦਾ ਚੈੱਕਅਪ ਜਿਹੜੇ ਮਹੀਨੇ ਦੇ 2 ਦਿਨ ਕਰਵਾਉਣਾ ਜ਼ਰੂਰੀ ਹੈ। ਇਸ ਮੌਕੇ ਤੇ ਹਾਜ਼ਰ ਗਰਭਵਤੀ ਮਹਿਲਾਵਾਂ ਵੱਲੋਂ ਉਹਨਾਂ ਨੂੰ ਸਾਰੀਆਂ ਮੈਡੀਕਲ ਸਹੂਲਤਾਂ ਮੁਫਤ ਪ੍ਰਦਾਨ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਗਿਆ। ਪ੍ਰਧਾਨ ਮੰਤਰੀ ਮਾਤਰ ਯੋਜਨਾ ਦੇ ਅਧੀਨ ਜਿਹੜਾ ਵੀ ਟ੍ਰੀਟਮੈਂਟ ਕੀਤਾ ਜਾਂਦਾ ਹੈਗਾ ਬੱਚਿਆਂ ਲਈ, ਗਰਭਵਤੀ ਮਹਿਲਾਵਾਂ ਲਈ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ। ਇਹਦੇ ਵਿੱਚ ਔਰਤਾਂ ਨੂੰ ਜਿੰਨੇ ਵੀ ਸਹੂਲਤਾਂ ਨੇ ਉਹ ਸਾਰੀਆਂ ਫ੍ਰੀ ਦਿੱਤੀਆਂ ਗਈਆਂ ਹਨ ਤੇ ਬਹੁਤ ਹੀ ਵਧੀਆ ਤਰੀਕੇ ਨਾਲ ट्रीटमेंट किया जाता है ना। मैडम जी सारों ने ध्यान रखती है, फ्री में दवाई भी दिलाती है, बच्चे भी कराती है। मैडम जी सारे कुछ का ध्यान रखती है। सरहदी सुरक्षा बल पंजाब फ्रंटियर हैडकुआटर जलंधर वालों आज सवेरे 10 बजे तो शाम 5 बजे तक एक विशेष पेंशन अदालत आयोजित की गई, जिस विच पंजाब और हरियाणा के BSF के साबका कर्मियों ਦੀਆਂ ਪੈਨਸ਼ਨਾਂ ਨਾਲ ਸੰਬੰਧਿਤ ਮੁਸ਼ਕਲਾਂ ਨੂੰ ਹੱਲ ਕੀਤਾ ਗਿਆ। ਇਸ ਮੌਕੇ ਤੇ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਜਲੇ ਨੇ ਪੈਨਸ਼ਨਰਾਂ ਨੂੰ ਸੰਬੋਧਿਤ भी ਕੀਤਾ। इस पेंशन अदालत से जैसे मेरे को 6 महीने से मेरे को पैसा नहीं मिला था कोई, और ये लगने से मेरे को ये बेनिफिट हुआ, मेरा जो और लेट होता अगर ऐसी पेंशन अदालत नहीं लगती तो ऐसी पेंशन अदालत जो 1 साल बाद लगती है, मैं तो ये होप करता हूँ 6 महीने लगाएं। जो आदमी पेंशन जाता है उसको जो घर की समस्या आती है पैसे के संबंध में पेंशन जाने के बाद, वो समस्या उसको ना आए। मैं रिटायर्ड डिप्टी कमांड अनूप सिंह। सानू पता लगा कि दिल्ली तो अदालत आ रही है पेंशन अदालत, जो पेंशनर दे कोई प्रॉब्लम जो है सॉल्व करनगे, जिदा PPO आर्डर किसी की पेंशन घट है, किसी के नाम बदली है, वो सारा ठीक करनगे। वो चल रहा IG हैडकुआटर के सहयोग ना उन्होंने सारा बंदोबस्त किया, उन्होंने रहन का अरेंजमेंट, बाकी बैठन का गलबात सुनने का। IG साहब भी आके उन्होंने भी सारे एप्रीशिएट किया। ਜ਼ਿਕਰਯੋਗ ਹੈ ਕਿ ਸਰਹੱਦੀ ਸੁਰੱਖਿਆ ਬਲ ਵਿੱਚ ਪੈਨਸ਼ਨ ਅਦਾਲਤਾਂ ਦਾ ਆਯੋਜਨ 17 ਅਪ੍ਰੈਲ 2013 ਤੋਂ ਸ਼ੁਰੂ ਹੋਇਆ ਸੀ। ਅਕਾਊਂਟਸ ਅਤੇ ਹੋਰਨਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਦੇਖਰੇਖ ਵਿੱਚ ਅਜਿਹੀਆਂ ਅਦਾਲਤਾਂ BSF ਦੇ ਹੈੱਡਕੁਆਟਰਾਂ ਵਿੱਚ ਵੱਖ-ਵੱਖ ਸਮੇਂ ਆਯੋਜਿਤ ਕੀਤੀਆਂ ਜਾਂਦੀਆਂ ਨੇ। मिट्टी को नमन वीरों का वंदन दे विषय ते शुरू किया गया मेरी माटी मेरा देश प्रोग्राम देश भर दे विच आयोजित किया जा रहा है। इस प्रोग्राम हेठ देश के महान शहीदों और आज़ादी घुलाटियां नूं याद किया जा रहा है और सन्मान दिता जा रहा है। भारत सरकार दे इस प्रोग्राम विच वध तों वध जन भागीदारी लई इस अभियान नूं पिंडां पंचायतां ब्लाक पद्धर राज्यां ते राष्ट्रीय पद्धर ते वख-वख प्रोग्रामां राहीं आयोजित किया जा रहा है। पंजाब विच भी बहुत सारियां थावां ते नौजवान अते होर इस प्रोग्राम नाल जुड़ रहे ने। इस मुहिम हेठ अमृत कलश यात्रा कढ के घर घर की मिट्टी इकट्ठी की जाती है, जिस नाल दिल्ली स्थित कौमी जंगी यादगार विखे अमृत वाटिका का निर्माण किया जाएगा। इसे लड़ी हेठ राष्ट्रीय सेवा योजना NSS वालों सरकारी सीनियर सैकेंडरी स्कूल नकोदर के विद्यार्थियों ने इस प्रोग्राम का आयोजन किया। विद्यार्थियों वालों मिट्टी नूं हथ विच फड़ के सौं चुकी गई और पौधे भी लगाए गए। भारत अज चीन के हांगजू विच शुरू हुई चौथी एशियाई पैरा खेडों विच शानदार शुरुआत करके 6 सोने 6 चांदी और 5 कांसे के तमगिया समेत कुल 17 तमगे जित के मैडल टैली विच चौथे स्थान पर बनिया हुआ है। भारत के इन्हां खेडों विच 303 एथलीटों का दल भेजिया है, जिस विच 191 पुरुष और 112 महिला एथलीट शामिल ने, जो 17 ਵੱਖ-ਵੱਖ खेडों में हिस्सा लैणगे। प्रधानमंत्री नरेंद्र मोदी ने पैरा एशियन खेडों में हिस्सा लैण गए सारे खिडारियों को शुभकामनावां दित्तियां ने। प्रधानमंत्री ने X उपर अपनी पोस्ट विच कहा है कि एशियाई पैरा खेडों की शुरुआत नाल अपने
ਭਾਰਤੀ ਦਲ ਨੂੰ ਉਹ ਸ਼ੁਭਕਾਮਨਾਵਾਂ ਦਿੰਦੇ ਹਨ ਅਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਇਹ ਖਿਡਾਰੀ ਭਾਰਤੀ ਖੇਡ ਕੌਸ਼ਲ ਦੇ ਵਾਸਤਵਿਕ ਸਾਰ ਦਾ ਉਦਾਹਰਣ ਪੇਸ਼ ਕਰਨਗੇ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਵੀ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਨੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ।